पिछले समय ਦੇ ਵਿੱਚ ਖਬਰਾਂ ਆ ਰਹੀਆਂ ਕਿ ਕੋਵਿਡ ਵੈਕਸੀਨ ਕਦੋਂ ਆਉਣੀ ਆ, ਕਦੋਂ ਲੱਗਣੀ ਆ। ਆਪਾਂ ਸਾਰਿਆਂ ਨਾਲ ਜ਼ਿਕਰ ਕਰਦੇ ਹਾਂ ਕਿ ਇੰਨੀ ਏਜ ਗਰੁੱਪ ਦੇ ਵਿੱਚ BC ਨੇ, ਬ੍ਰਿਟਿਸ਼ ਕੋਲੰਬੀਆ ਨੇ ਆਪਣਾ ਪਲਾਨ ਜਾਰੀ ਕਰ ਚੁੱਕੀ ਆ ਕਿ ਕਦੋਂ ਇੱਥੇ ਵੈਕਸੀਨ ਲੱਗਣੀ ਆ, ਉਹਦਾ ਕਿੰਨੇ ਸਮੇਂ ਦੇ ਬਾਅਦ ਲੱਗ ਜਾਣੀ ਆ। ਜੁਲਾਈ ਤੱਕ ਮੰਨਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਜਿੰਨੇ ਵੀ ਯੋਗ ਅਡਲਟ ਹੈਗੇ ਆ, ਮਤਲਬ ਜਿਹੜੇ ਲੋਕਾਂ ਨੂੰ ਲੱਗਣੀ ਆ, ਉਹਨਾਂ ਨੂੰ ਜੁਲਾਈ ਤੱਕ ਸਾਰਿਆਂ ਨੂੰ ਵੈਕਸੀਨ ਲੱਗ ਜਾਊਗੀ। ਇਹਦੇ ਬਾਰੇ ਵੱਖ-ਵੱਖ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ। ਹੁਣ ਮਸਲਾ ਇਹ ਹੈ ਵੀ ਆਪਾਂ ਕੈਨੇਡਾ ਵਿੱਚ ਬੈਠੇ ਹਾਂ ਇਸ ਵੇਲੇ ਜਿਹੜੀ ਗੱਲਬਾਤ ਕਰ ਰਹੇ ਹਾਂ। ਦੁਨੀਆ ਦਾ ਇੱਕ ਡਿਵੈਲਪਡ ਕੰਟਰੀ, ਬਿਹਤਰੀਨ ਕੰਟਰੀ ਜਿੱਥੇ ਅਸੀਂ ਬੈਠੇ ਹਾਂ, ਇੱਥੇ ਸਾਨੂੰ ਲੱਗ ਜਾਣੀ ਹੈ ਜਿੰਨੀ ਜਲਦੀ ਹੋ ਸਕਦਾ। ਹਾਲਾਂਕਿ ਕੋਈ ਵੀ ਵੈਕਸੀਨ ਸਾਡੇ ਦੇਸ਼ ਦੇ ਵਿੱਚ ਨਹੀਂ ਬਣੀ, ਪਰ ਆਪਾਂ ਜਿੰਨੀ ਕੁ ਖਰੀਦੀ ਹੈ, ਜਿੰਨੀ ਕੁ ਡਾਊਨ ਪੇਮੈਂਟ, ਜਿੰਨੀ ਕੁ ਪਹਿਲਾਂ ਜਿਹੜੇ ਮਨੀ ਦੇ ਚੁੱਕੇ ਹਾਂ, ਉਹਦੇ ਹਿਸਾਬ ਨਾਲ ਸਾਡੇ ਕੋਲ ਇਹ ਆ ਜਾਣੀ ਹੈ ਅਤੇ ਸਾਰਿਆਂ ਨੂੰ ਲੱਗ ਜਾਣੀ ਹੈ। ਪਰ ਜਿਹੜੇ ਗਰੀਬ ਦੇਸ਼ ਆ ਉਹਨਾਂ ਦਾ ਕੀ ਬਣੂਗਾ? ਦੱਸਿਆ ਜਾ ਰਿਹਾ ਕਿ 75% ਵੈਕਸੀਨ ਜਿਹੜੀ ਆ ਉਹ 10 ਅਮੀਰ ਦੇਸ਼ਾਂ ਦੇ ਵਿੱਚ ਆ, ਜਿੱਥੇ ਕਿ ਸਿਰਫ 16% ਲੋਕ ਰਹਿੰਦੇ ਆ। ਸੋ 60% ਦੀ ਵੈਕਸੀਨ ਇਹਨਾਂ ਦੇਸ਼ਾਂ ਨੇ ਖਰੀਦ ਲਈ ਆ। ਦੁਨੀਆ ਦੇ ਅੱਧੇ ਦੇਸ਼ਾਂ ਦੇ ਵਿੱਚ ਹਜੇ ਤੱਕ ਇੱਕ ਵੀ ਵਿਅਕਤੀ ਨੂੰ ਵੈਕਸੀਨ ਨਹੀਂ ਲੱਗੀ। ਕੈਨੇਡਾ ਦੇ ਵਿੱਚ 38 ਮਿਲੀਅਨ ਲੋਕ ਆਪਾਂ ਇੱਥੇ ਰਹਿੰਦੇ ਹਾਂ। 38 ਮਿਲੀਅਨ ਦੇ ਵਿੱਚ 414 ਮਿਲੀਅਨ ਡੋਜ਼ਸ ਬੁੱਕ ਹੋ ਗਈਆਂ। ਜੇ 38 ਨੂੰ ਦੁੱਗਣਾ ਵੀ ਕਰ ਲਈਏ ਵੀ 2 ਡੋਜ਼ਾਂ ਲੱਗਣੀਆਂ, ਤਾਂ ਇਹਦੇ ਹਿਸਾਬ ਨਾਲ ਵੀ 76 ਜਿਹੜੇ ਮਿਲੀਅਨ ਬਣਦੇ ਆ। ਫਿਰ 414 ਮਿਲੀਅਨ ਆਪਾਂ ਬੁੱਕ ਕਰਾ ਚੁੱਕੇ ਹਾਂ ਵੀ ਭਾਈ ਇਹ ਸਾਡੀਆਂ। ਜਿਹੜੀ ਯੂਰਪੀਅਨ ਯੂਨੀਅਨ ਆ ਉਹਦੀ ਆਬਾਦੀ ਤੋਂ ਦੁੱਗਣੀ ਡੋਜ਼ ਉਹ ਬੁੱਕ ਕਰਵਾ ਚੁੱਕੇ ਆ। ਹਾਲਾਂਕਿ ਪਹੁੰਚੀ ਨਹੀਂ, ਕੈਨੇਡਾ 'ਚ ਵੀ ਸਾਰੀ ਨਹੀਂ ਪਹੁੰਚੀ, ਪਰ ਆਪਾਂ ਇੰਨੀ ਬੁੱਕ ਕਰਵਾ ਚੁੱਕੇ ਹਾਂ। 38 ਮਿਲੀਅਨ ਹੈਗੇ ਆ, 414 ਮਿਲੀਅਨ ਬੁੱਕ ਕਰਵਾ ਚੁੱਕੇ ਹਾਂ। ਕਈ ਥਾਵਾਂ ਤੋਂ ਇਹ ਪਤਾ ਲੱਗਦਾ ਕਿ ਜਿਹੜੇ ਅਮੀਰ ਲੋਕ ਆ ਉਹ ਆਪਣੇ ਲਈ ਵੈਕਸੀਨ ਆਪ ਪ੍ਰਾਈਵੇਟ ਖਰੀਦ ਕੇ ਵੀ ਲਵਾ ਸਕਦੇ ਆ। ਉੱਥੇ ਇੰਗਲੈਂਡ ਦੇ ਵਿੱਚ ਇੱਕ ਕਲੱਬ, ਜਿਹੜਾ ਪ੍ਰਾਈਵੇਟ ਕਲੱਬ ਆ, 45,000 ਯੂਰੋ ਦੀ ਜਿਹੜੀ ਇਹ ਵੈਕਸੀਨ ਆ ਦੁਬਈ 'ਚ ਜਾ ਕੇ ਸਾਰੇ ਮੈਂਬਰਾਂ ਦੇ ਲਵਾ ਸਕਦਾ ਆ। ਦੁਨੀਆ ਦੇ ਗਰੀਬ 84 ਦੇਸ਼ਾਂ ਦੇ ਵਿੱਚ 2024 ਤੱਕ ਵੀ ਇੰਨੀ ਵੈਕਸੀਨ ਨਹੀਂ ਲੱਗ ਸਕਣੀ ਜਿੰਨੀ ਕਿ ਉੱਥੇ ਚਾਹੀਦੀ ਆ। ਇੱਕ ਹਰਡ ਇਮਿਊਨਿਟੀ ਬਣਨ ਦੇ ਲਈ ਮਤਲਬ 70% ਲੋਕਾਂ ਨੂੰ ਵੈਕਸੀਨ ਲੱਗ ਜਾਵੇ। ਹਰਡ ਇਮਿਊਨਿਟੀ ਦੇ 2 ਹੀ ਤਰੀਕੇ ਆ, ਮਤਲਬ ਕਰੋਨਾ ਹਟਣ ਦੇ 2 ਤਰੀਕੇ ਆ। ਇੱਕ ਤਾਂ ਇਹ ਸਾਰਿਆਂ ਨੂੰ ਹੋ ਜਾਵੇ, ਸਾਰਿਆਂ ਦਾ ਮਤਲਬ 10 ਚੋਂ 7 ਨੂੰ ਹੋ ਜਾਵੇ, ਅਤੇ ਜਾਂ 10 ਚੋਂ 7 ਨੂੰ ਵੈਕਸੀਨ ਲੱਗ ਜਾਵੇ। ਸੋ ਵੈਕਸੀਨ 84 ਗਰੀਬ ਦੇਸ਼ਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ 2024 ਤੱਕ ਸ਼ਾਇਦ ਲੱਗ ਸਕੂਗੀ, ਤਾਂ ਉੱਥੇ ਹਰਡ ਇਮਿਊਨਿਟੀ ਬਣਨੀ ਆ। ਇੰਨੀ ਵੈਕਸੀਨ ਉਹਨਾਂ ਨੂੰ ਮਿਲਣੀ ਹੀ ਨਹੀਂ। ਜਿਹੜੇ ਅਮੀਰ ਦੇਸ਼ ਆ ਇਹ ਕਹਿ ਰਹੇ ਆ, ਜਿੱਦਾਂ ਕੈਨੇਡਾ ਆ, ਇਹਨਾਂ ਕੋਲ 38 ਮਿਲੀਅਨ ਪਾਪੂਲੇਸ਼ਨ ਲਈ 414 ਮਿਲੀਅਨ ਆ। ਇਹ ਕਹਿੰਦੇ ਪਹਿਲਾਂ ਸਾਡੇ ਲੱਗ ਜਾਵੇ, ਫਿਰ ਅਸੀਂ ਬਾਕੀ ਦੇਸ਼ਾਂ ਨੂੰ ਦੇ ਦਿਆਂਗੇ। ਸੋ ਹੁਣ ਤੱਕ 221 ਮਿਲੀਅਨ ਡੋਜ਼ਸ ਲੱਗੀਆਂ ਆ। ਇਹਦਾ ਤੀਜਾ ਹਿੱਸਾ ਜਿਹੜੀ ਦਵਾਈ ਆ ਇਹ ਸਿਰਫ 2 ਦੇਸ਼ਾਂ ਦੇ ਵਿੱਚ ਲੱਗੀ ਆ, ਅਮਰੀਕਾ ਅਤੇ UK ਦੇ ਵਿੱਚ। ਅਮੀਰ ਦੇਸ਼ ਜਿਹੜੇ ਆ ਉਹ ਅੱਗੇ ਅੱਜ ਜਿੱਦਾਂ ਸਾਡੇ ਜੁਲਾਈ ਐਂਡ ਤੱਕ ਸਾਰਿਆਂ ਨੂੰ ਲੱਗ ਜਾਣੀ ਆ ਇਹ ਕੋਵਿਡ ਵੈਕਸੀਨ। ਜੇ ਹੋਰ ਜਿਹੜੇ ਅਮੀਰ ਦੇਸ਼ ਆ ਕਰਦੇ ਕਰਾਉਂਦੇ, ਜੇ ਕਿਸੇ ਨੂੰ ਲੇਟ ਮਿਲ ਗਈ, ਇਸ ਸਾਲ ਦੇ ਅੰਤ ਤੱਕ ਸਾਰੇ ਅਮੀਰ ਦੇਸ਼ਾਂ ਨੇ ਲਵਾ ਲੈਣੀ ਆ। ਜਿਹੜੇ ਮਿਡਲ ਇਨਕਮ ਹੈਗੇ ਆ, ਜਿੱਦਾਂ ਇੰਡੀਆ ਆ, ਉਹ 2022 ਦੇ ਅੱਧ ਤੱਕ ਜਾਂ ਆਖਰ ਤੱਕ ਲਵਾ ਲੈਣਗੇ, ਉਹਨਾਂ ਕੋਲ ਵੀ ਪ੍ਰਬੰਧ ਹੈਗਾ। ਪਰ ਜਿਹੜੇ ਗਰੀਬ ਦੇਸ਼ ਆ ਉਹ ਕਹਿੰਦੇ 2023 ਤੋਂ ਵੀ 2024 ਤੱਕ ਚਲੇ ਜਾਊਗੀ। ਹੁਣ ਸਮੱਸਿਆ ਇਹ ਹੈ ਕਿ ਜੇ 2024 ਤੱਕ ਉਹਨਾਂ ਨੂੰ ਲੱਗਦੀ ਆ ਤਾਂ ਕੀ ਅਮੀਰ ਦੇਸ਼ ਬਚ ਜਾਣਗੇ? ਪਰ ਇਹ ਸਾਰੀ ਕਹਾਣੀ ਦਾ ਦੂਜਾ ਪਾਸਾ ਇਹ ਆ ਕਿ ਜੇ ਤੁਸੀਂ ਇਹ ਬਿਮਾਰੀ ਨੇ ਕਿਹੋ ਜਿਹਾ ਸਥਿਤੀ ਪੈਦਾ ਕਰ ਦਿੱਤੀ ਆ ਕਿ ਜੇ ਇਹ ਸਾਰਿਆਂ ਨੂੰ ਨਹੀਂ ਲੱਗਦੀ ਤਾਂ ਬਚਾਅ ਕੋਈ ਨਹੀਂ। ਬਿਲਕੁਲ ਉੱਦਾਂ ਦੀ ਗੱਲ ਕਿ ਕਿਸੇ ਸਟੋਰ ਦੇ ਉੱਤੇ ਮੰਨ ਲਓ ਹੈਂਡ ਸੈਨੀਟਾਈਜ਼ਰ ਪਿਆ, ਅਸੀਂ ਉੱਥੋਂ ਲੈਣ ਜਾਂਦੇ ਹਾਂ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰੇ ਹੈਂਡ ਸੈਨੀਟਾਈਜ਼ਰ ਅਸੀਂ ਚੱਕ ਲਈਏ। ਜੇ ਸਾਰੇ ਹੈਂਡ ਸੈਨੀਟਾਈਜ਼ਰ ਅਸੀਂ ਚੱਕ ਲਏ ਤਾਂ ਬਾਕੀ ਲੋਕਾਂ ਲਈ ਨਹੀਂ ਬਚਣੇ, ਅਤੇ ਜੇ ਬਾਕੀ ਲੋਕਾਂ ਲਈ ਨਹੀਂ ਬਚਣੇ, ਇਹਦਾ ਮਤਲਬ ਕਰੋਨਾ ਉਹਨਾਂ ਦੇ ਹੱਥਾਂ ਨਾਲ ਤਾਂ ਫੈਲ ਕੇ ਸਾਡੇ ਤੱਕ ਆ ਹੀ ਸਕਦਾ। ਅਸੀਂ ਕਿੰਨਾ ਕੁ ਕਰ ਸਕਦੇ ਹਾਂ? ਉਹ ਹੈਂਡ ਸੈਨੀਟਾਈਜ਼ਰ ਸਾਰਿਆਂ 'ਚ ਵੰਡ ਹੋਣੇ ਜ਼ਰੂਰੀ ਆ। ਸਾਰਿਆਂ 'ਚ ਵੰਡ ਹੋਣਗੇ ਤਾਂ ਹੀ ਜਿਹੜੇ ਸਾਰੇ ਬਚਣਗੇ ਅਤੇ ਸਾਰੇ ਕਰੋਨਾ ਤੋਂ ਬਚਣਗੇ। ਬਿਲਕੁਲ ਲਗਭਗ ਇੱਦਾਂ ਦੀ ਸਥਿਤੀ ਇਸ ਵੈਕਸੀਨ ਨਾਲ ਆ। ਅਸੀਂ ਇਸ ਵੈਕਸੀਨ ਤੋਂ ਬਚ ਜਾਵਾਂਗੇ, ਪਰ ਜੇ ਉਹ ਗਰੀਬ ਦੇਸ਼ ਆ, ਸਮਾਨ ਤਾਂ ਉਹਨਾਂ ਤੋਂ ਆ ਰਿਹਾ ਬਣ ਕੇ ਬਹੁਤਾ, ਟਰੈਵਲ ਤਾਂ ਹੋਣਾ ਹੀ ਆ, ਅਤੇ ਜੇ ਟਰੈਵਲ ਹੋਣਾ ਇਹਦਾ ਮਤਲਬ ਫਿਰ ਵੀ ਆ ਸਕਦਾ। ਇਹਦਾ ਮਤਲਬ ਜਿੰਨਾ ਚਿਰ ਸਾਰੀ ਦੁਨੀਆ 'ਚੋਂ ਹੀ ਕਰੋਨਾ ਖਤਮ ਨਹੀਂ ਹੁੰਦਾ, ਓਨਾ ਚਿਰ ਨਹੀਂ ਕਹਿ ਸਕਦੇ ਕਿ ਵੀ ਸਾਡੇ ਜੁਲਾਈ ਤੱਕ ਲੱਗ ਗਈ ਤਾਂ ਅਸੀਂ ਬਚ ਗਏ, ਕਿਉਂਕਿ ਇਹਦੀ ਕੁਛ ਪਰਸੈਂਟੇਜ ਹੀ ਦੱਸ ਰਹੇ ਨੇ ਕਿ ਇੰਨੀ ਕੁ ਪਰਸੈਂਟ ਆ। ਅੱਛਾ, ਦੂਜੀ ਇਹਦਾ ਨੁਕਸਾਨ ਕੀ ਆ ਕਿ ਮੰਨ ਲਓ ਸਾਨੂੰ ਵੈਕਸੀਨ ਜਿਹੜੀ ਲੱਗ ਗਈ ਹੈ, ਅਸੀਂ ਬਚ ਗਏ ਹਾਂ। ਹੁਣ ਜਿੰਨਾ ਇਹ ਲੰਬਾ ਉਹਨਾਂ ਦੇਸ਼ਾਂ ਦੇ ਵਿੱਚ ਚੱਲੇ ਗਿਆ, ਜਿਹੜੇ ਗਰੀਬ ਦੇਸ਼ ਆ ਜਿਹਨਾਂ ਨੂੰ ਵੈਕਸੀਨ ਨਹੀਂ ਮਿਲੀ, ਉਹਨਾਂ ਦੇ ਕੋਲ ਜੇ ਉਹਨਾਂ ਲੰਬਾ ਇਹ ਕਰੋਨਾ ਚੱਲੀ ਜਾਂਦਾ ਆ,
ਤਾਂ ਇਹਦੀ ਮਿਊਟੇਟ ਇਹਨੇ ਉਨਾ ਜ਼ਿਆਦਾ ਹੋਈ ਜਾਣਾ, ਮਤਲਬ ਇਹਨੇ ਆਪਣੇ ਰੂਪ ਬਦਲੇ ਜਾਣੇ ਆ। ਜਿੱਦਾਂ ਹੁਣ ਆਪਾਂ ਸੁਣਦੇ ਹਾਂ ਕਿ ਜੀ ਇਹ ਫਲਾਣੇ ਦੇਸ਼ ਦਾ ਵੇਰੀਐਂਟ ਆ, ਇਹਦੀ ਫਲਾਨੀ ਕਿਸਮ ਆ ਗਈ, ਇਹ ਜਿਹੜਾ ਨਵਾਂ ਕਰੋਨਾ ਆ ਫੈਲਦਾ ਬਹੁਤ ਆ, ਇਹ ਮਾਰੂ ਵੀ ਉਹਦੇ ਨਾਲੋਂ ਜ਼ਿਆਦੇ ਆ। ਇਹ ਕਿਸਮਾਂ ਜਿੰਨਾ ਚਿਰ ਲੰਬਾ ਸਮਾਂ ਇਹ ਕਰੋਨਾ ਰਿਹਾ ਉਨੀਆਂ ਇਹਦੀਆਂ ਕਿਸਮਾਂ ਹੋਰ ਬਣੀ ਜਾਣੀਆਂ। ਤੇ ਹੋ ਸਕਦਾ ਕੋਈ ਇੱਦਾਂ ਦੀ ਕਿਸਮ ਇਹ ਬਣਾ ਲਵੇ। ਹੁਣ ਤਾਂ ਕਹਿ ਰਹੇ, ਹਾਲਾਂਕਿ ਰਿਸਰਚਸ ਇੰਨੀਆਂ ਨਹੀਂ ਹੈ ਕਿ ਜਿਹੜੀਆਂ ਨਵੀਆਂ ਕਿਸਮਾਂ ਇਹਨਾਂ ਦੇ ਉੱਤੇ ਵੀ ਇਹ ਵੈਕਸੀਨ ਓਨੀ ਜ਼ਿਆਦਾ ਅਸਰ ਕਰਦੀ ਹੈ, ਇਹ ਮਾਰ ਦਿੰਦੀ ਹੈ, ਕੋਈ ਵੀ ਨਵਾਂ ਮਿਊਟੈਂਟ ਇਹਦੇ ਤੋਂ ਬਚਦਾ ਨਹੀਂ। ਪਰ ਹਾਲਾਤ ਇਹ ਨਹੀਂ ਵੀ ਹੋ ਸਕਦੇ, ਹੋ ਸਕਦਾ ਇੱਦਾਂ ਦਾ ਮਿਊਟੈਂਟ ਬਣ ਜਾਵੇ ਜਿਹੜਾ ਇਸ ਵੈਕਸੀਨ ਦੇ ਉੱਤੇ ਅਸਰ ਹੀ ਨਾ ਕਰੇ ਤੇ ਸਾਰੇ ਫੇਰ ਦੁਬਾਰਾ ਇਹਦੀ ਲਪੇਟ ਦੇ ਵਿੱਚ ਆ ਜਾਣ। ਸੋ ਗੱਲ ਕੀ ਹੈ ਕਿ ਇਹ ਸਾਰਿਆਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਵੈਸੇ ਵੀ ਦੱਸਿਆ ਜਾ ਰਿਹਾ ਕਿ ਨੈਤਿਕ ਆਧਾਰ ਦੇ ਉੱਤੇ ਵੀ ਇਹ ਪਹੁੰਚਣੀ ਚਾਹੀਦੀ ਆ। ਜੇ ਇੱਕ ਦਵਾਈ ਆ ਗਈ ਆ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਦੂਜੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਉਹ ਗਰੀਬ ਆ ਅਮੀਰ ਆ ਉਹ ਵੱਖਰੀ ਗੱਲ ਹੋ ਸਕਦੀ, ਉਹਨਾਂ ਕੋਲ ਸਹੂਲਤਾਂ ਘੱਟ ਵੱਧ ਆ, ਪਰ ਇਸ ਬਿਮਾਰੀ ਤੋਂ ਬਚਾਅ ਉਹਨਾਂ ਦਾ ਹੋਣਾ ਚਾਹੀਦਾ। ਤੇ ਨਾਲੇ ਦੱਸਦੇ ਕਿ ਜਿਹੜੀ ਗਲੋਬਲ ਸਪਲਾਈ ਚੇਨ ਆ ਇਹਦੇ ਉੱਤੇ ਅਸਰ ਹੋਣਾ, ਜਿਹੜਾ ਟ੍ਰੇਡ ਫਲੋ ਆ ਸਾਡਾ ਦੂਜੇ ਦੇਸ਼ਾਂ ਦੇ ਨਾਲ, ਉਹਦੇ ਉੱਤੇ ਸਿੱਧਾ ਸਿੱਧਾ ਅਸਰ ਹੋਊਗਾ। ਹੁਣ ਹੈ ਵੀ ਉਹਨਾਂ ਤੱਕ ਪਹੁੰਚੂਗੀ ਕਿੱਦਾਂ ਇਹ ਵੈਕਸੀਨ? ਮਤਲਬ ਜੇ ਉਹਨਾਂ ਤੱਕ ਵੈਕਸੀਨ ਨਹੀਂ ਪਹੁੰਚਦੀ ਤਾਂ ਅਸੀਂ ਵੀ ਇਹ ਤੋਂ ਓਨੇ ਸਿਕਿਉਰ ਨਹੀਂ ਜਿੰਨੇ ਹੋ ਸਕਦੇ ਹਾਂ। ਇੱਕ ਕੋਵੈਕਸ ਫੈਸਿਲਿਟੀ ਆ ਜਿਹਦੇ ਤਹਿਤ ਕਿਹਾ ਗਿਆ ਕਿ ਗਰੀਬ ਦੇਸ਼ਾਂ ਨੂੰ 2 ਬਿਲੀਅਨ ਡੋਜ਼ਸ ਦਿੱਤੀਆਂ ਜਾਣਗੀਆਂ ਇਸ ਸਾਲ ਦੇ ਅੰਤ ਤੱਕ, ਜਿਹਦੇ ਨਾਲ ਲੱਗਦਾ ਕਿ ਚਲੋ ਘੱਟੋ ਘੱਟ ਕਿਸੇ ਤਰ੍ਹਾਂ ਉਹ ਇਹ ਗੱਲ ਯਕੀਨੀ ਬਣਾ ਰਿਹਾ ਕਿ 2 ਬਿਲੀਅਨ ਡੋਜ਼ ਅਸੀਂ ਦੇਵਾਂਗੇ ਇਸ ਸਾਲ ਦੇ ਅੰਤ ਤੱਕ ਸਾਰੇ ਦੇਸ਼ਾਂ ਨੂੰ, ਜਿਹੜੇ ਗਰੀਬ ਵੀ ਉਹਨਾਂ ਨੂੰ ਵੀ। ਹੁਣ ਇਹਦੇ ਨਾਲ ਸਿਰਫ 20% ਕਵਰ ਹੋਣਾ, 20% ਤਾਂ ਚਾਹੀਦਾ, 60-70% ਆ ਹਰਡ ਇਮਿਊਨਿਟੀ ਬਣਾਉਣ ਦੇ ਲਈ, ਲੋਕਾਂ ਨੂੰ ਇਹਦੇ ਤੋਂ ਬਚਾਉਣ ਦੇ ਲਈ। ਸੋ ਇਹ ਵੀ ਗੱਲ ਬਣਦੀ ਦਿਸਦੀ ਨਹੀਂ ਵੀ ਉਹਨਾਂ ਅਸਰ ਨਹੀਂ ਇਹਨੇ ਕਰਨਾ। ਦੂਜਾ ਤਰੀਕਾ ਹੈਗਾ ਕਿ ਦੇਸ਼ ਜਿਹੜੇ ਆ ਆਪੋ ਆਪਣੀ ਵੈਕਸੀਨ ਬਣਾਉਣ। ਭਾਰਤ ਨੇ ਆਪਣੀ ਵੈਕਸੀਨ ਬਣਾਈ ਆ, ਐਸਟਰਾਜ਼ੈਨੇਕਾ ਦੀ ਜਿਹੜੀ ਪ੍ਰੋਡਕਸ਼ਨ ਆ ਭਾਰਤ ਕਰ ਰਿਹਾ, ਪਰ ਉਹਨਾਂ ਦੀ ਭਾਰਤ ਬਾਇਓਟੈਕ ਆ, ਜਿਹੜਾ ਭਾਰਤ ਬਾਇਓਟੈਕ, ਉਹਦੀ ਆਪਣੀ ਵੈਕਸੀਨ ਆ। ਇਸੇ ਤਰ੍ਹਾਂ ਕਿਊਬਾ 4 ਵੈਕਸੀਨ ਨੂੰ ਡਿਵੈਲਪ ਕਰ ਰਿਹਾ, 4 ਵੈਕਸੀਨ ਦੇ ਉੱਤੇ ਕੰਮ ਕਰ ਰਿਹਾ। ਜੇ ਉਹਦੀਆਂ ਵੈਕਸੀਨ 4 ਡਿਵੈਲਪ ਹੋ ਜਾਂਦੀਆਂ ਤੇ ਉਹ ਵੀ ਸਮੱਸਿਆ ਹੱਲ ਕਰ ਲੂਗਾ। ਥਾਈਲੈਂਡ ਦੀਆਂ ਯੂਨੀਵਰਸਿਟੀ ਦੇ ਵਿੱਚ 2 ਵੈਕਸੀਨ ਦੇ ਉੱਤੇ ਕੰਮ ਹੋ ਰਿਹਾ। ਅਗਲਾ ਹੈਗਾ ਕਿ ਡੋਨੇਟ ਕੀਤੀ ਜਾਵੇ ਥੋੜ੍ਹੀ ਬਹੁਤੀ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਗੱਲਾਂ ਆਈਆਂ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਇਹ ਗੱਲ ਕਹੀ ਸੀ ਕਿ ਅਮੀਰ ਦੇਸ਼ ਆਪਣੀ 5% ਵੈਕਸੀਨ ਗਰੀਬਾਂ ਨੂੰ ਦਾਨ ਕਰ ਦੇਣ, ਜਿਹੜੀ ਮਰਜ਼ੀ ਗੱਲ ਹੋਵੇ ਪਰ ਉਹ ਦਾਨ ਕਰ ਦੇਣ। ਰੂਸ ਤੇ ਚੀਨ ਨੇ ਫੈਸਲਾ ਕੀਤਾ ਵੀ ਅਸੀਂ ਕਰਾਂਗੇ। ਸੋ ਜੇ ਇਹ ਬਰਾਬਰ ਨਾ ਵੰਡੀ ਗਈ, ਜਿਹੜੀਆਂ ਵੱਡੀ ਆਮਦਨ ਵਾਲੇ ਦੇਸ਼ ਨੇ ਉਹਨਾਂ ਦੀ ਗਲੋਬਲ ਇਨਕਮ ਦੇ ਵਿੱਚ 13 ਤੋਂ 49% ਤੱਕ ਗਲੋਬਲ ਲਾਸ ਹੋ ਸਕਦਾ, ਜਾਣੀ ਕਿ $9 ਟ੍ਰਿਲੀਅਨ। ਕਿਉਂਕਿ ਜਿਹੜੇ ਗਰੀਬ ਦੇਸ਼ ਆ ਉੱਥੇ ਲੇਬਰ ਸਸਤੀ ਆ, ਬਹੁਤ ਸਾਰੀਆਂ ਚੀਜ਼ਾਂ ਉੱਥੋਂ ਬਣ ਕੇ ਇੱਥੇ ਆਉਂਦੀਆਂ। ਸੋ ਉਹਨਾਂ ਤੱਕ ਵੈਕਸੀਨ ਪਹੁੰਚਣੀ ਬਹੁਤ ਜ਼ਰੂਰੀ ਆ, ਸਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ, ਪਰ ਇਹ ਸਾਰਿਆਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ, ਤਾਂ ਹੀ ਜਿਹੜਾ ਇਹਦੇ ਤੋਂ ਬਚਾਅ ਹੋ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।